प्यारे विद्यार्थियों, मैं रमनीक सिंह, ਲੈਕਚਰਰ ਫਿਜ਼ਿਕਸ ਅਰਨੀ ਵਾਲਾ ਸ਼ੇਖਸਬਾਨ। ਬੇਟੇ ਆਪਾਂ ਲਾਸਟ ਟਾਈਮ ਹੈ ਜਿਹੜਾ ਉਹ ਇੰਟਰੋਡਕਸ਼ਨ ਟੂ ਦੀ ਫਿਜ਼ਿਕਸ ਐਂਡ ਇੰਟਰੋਡਕਸ਼ਨ ਟੂ ਦੀ ਸਾਇੰਸ ਕੀਤੀ ਸੀ। ਉਹਦੇ ਵਿੱਚ ਆਪਾਂ ਦੱਸਿਆ ਸੀਗਾ ਵੀ ਸਾਇੰਸ ਸ਼ਬਦ ਜਿਹੜਾ ਉਹ ਸਾਇੰਟੀਆ ਸ਼ਬਦ ਤੋਂ ਮਿਲ ਕੇ ਬਣਿਆ ਹੈ, ਜਿਹੜਾ ਕਿ ਲੈਟਿਨ ਭਾਸ਼ਾ ਦਾ ਸ਼ਬਦ ਹੈ, ਜਿਸ ਦਾ ਮਤਲਬ ਹੁੰਦਾ ਨੌਲੇਜ ਔਰ ਐਕਵਾਇਰ ਦੀ ਨੌਲੇਜ। ਸਿਮਿਲਰਲੀ ਆਪਾਂ ਕੀਤਾ ਸੀ ਫਿਜ਼ਿਕਸ ਪੁਆਇੰਟ। ਫਿਜ਼ਿਕਸ ਆਪਣੇ ਕੋਲ ਕਿਸ ਸ਼ਬਦ ਤੋਂ ਮਿਲ ਕੇ ਬਣਿਆ? ਇਹ ਆਪਣੇ ਕੋਲ ਗ੍ਰੀਕ ਭਾਸ਼ਾ ਦੇ ਸ਼ਬਦ ਫਿਊਸਿਸ ਤੋਂ ਮਿਲ ਕੇ ਬਣਿਆ, ਜਿਸ ਦਾ ਮਤਲਬ ਹੈ ਨੇਚਰ ਔਰ ਦੀ ਸਟੱਡੀ ਆਫ ਦੀ ਨੇਚਰ। ਠੀਕ ਹੈ ਜੀ। ਅੱਜ ਅਸੀਂ ਜਿਹੜਾ ਚੈਪਟਰ ਸ਼ੁਰੂ ਕਰਨਾ ਹੈ ਉਹ ਸਾਡੇ ਕੋਲ ਕੀ ਹੈ? ਸਿਸਟਮ ਆਫ ਯੂਨਿਟਸ। ਸਿਸਟਮ ਆਫ ਯੂਨਿਟਸ ਹੈ ਜਿਹੜਾ ਅਸੀਂ ਉਹ ਸਟਾਰਟ ਕਰਨਾ। ਠੀਕ ਹੈ ਜੀ। ਇਹਦੇ ਵਿੱਚ ਜਿਹੜਾ ਫਸਟ ਆਰਟੀਕਲ ਜਿਹੜਾ ਅਸੀਂ ਡਿਸਕਸ ਕਰਨਾ ਹੈ ਉਹ ਸਾਡੇ ਕੋਲ ਕੀ ਹੈ? ਨੀਡ ਫॉर ਦੀ ਮੈਜਰਮੈਂਟ। ਨੀਡ ਫॉर ਦੀ ਮੈਜਰਮੈਂਟ। ਨੀਡ ਫॉर ਦੀ ਮੈਜਰਮੈਂਟ। ਠੀਕ ਹੈ ਜੀ। ਮੈਜਰਮੈਂਟ ਦੀ ਲੋੜ ਕਿਉਂ ਪਈ? ਦੇਖੋ ਬੇਟੇ, ਸਾਨੂੰ ਇਹ ਗੱਲ ਪਤਾ ਹੈ, ਆਪਾਂ ਲਾਸਟ ਆਰਟੀਕਲ ਦੇ ਵਿੱਚ ਡਿਸਕਸ ਕੀਤੀ ਸੀ ਵੀ ਫਿਜ਼ਿਕਸ ਇਜ਼ ਦੀ ਐਗਜ਼ੈਕਟ ਸਾਇੰਸ। ਫਿਜ਼ਿਕਸ ਆਪਣੇ ਕੋਲ ਕੀ ਹੈ ਬੇਟੇ? ਐਗਜ਼ੈਕਟ ਸਾਇੰਸ ਹੈ। ਐਗਜ਼ੈਕਟ ਸਾਇੰਸ ਦਾ ਮਤਲਬ ਕੀ ਹੈ? ਐਟ ਐਵਰੀ ਸਟੈਪ ਆਫ ਇਟ ਵੀ ਨੀਡ ਮੈਜਰਮੈਂਟਸ। ਸਾਨੂੰ ਕੈਲਕੂਲੇਸ਼ਨਸ ਜਿਹੜੀਆਂ ਉਹ ਹਰੇਕ ਸਟੈਪ ਦੇ ਉੱਪਰ ਚਾਹੀਦੀਆਂ। ਠੀਕ ਹੈ ਜੀ। ਫੋਰ ਐਗਜ਼ਾਮਪਲ ਜਿਵੇਂ ਮੰਨ ਲਓ ਅਸੀਂ ਹੀਟ ਮੈਜਰ ਕਰਨੀ ਹੈ ਥਰਮੋਮੀਟਰ ਦੇ ਨਾਲ, ਤਾਂ ਉੱਥੇ ਸਾਨੂੰ ਮੈਜਰਮੈਂਟ ਚਾਹੀਦੀ ਹੈ। ਕੋਈ ਬੋਡੀ ਮੂਵ ਕਰ ਰਹੀ ਹੈ, ਠੀਕ ਹੈ ਜੀ, ਤਾਂ ਸਾਨੂੰ ਉਹਦੀ ਵੈਲੋਸਿਟੀ ਮੈਜਰ ਕਰਨੀ ਪੈਂਦੀ ਹੈ, ਉਹਦੇ 'ਤੇ ਫੋਰਸ ਮੈਜਰ ਕਰਨਾ ਪੈਂਦਾ। ਠੀਕ ਹੈ ਜੀ। ਕੋਈ ਵਰਕ ਕੀਤਾ ਜਾ ਰਿਹਾ ਤਾਂ ਵਰਕ ਮੈਜਰ ਕਰਨਾ ਪੈਂਦਾ। ਕਹਿਣ ਦਾ ਮਤਲਬ ਫਿਜ਼ਿਕਸ ਦੇ ਵਿੱਚ ਹਰ ਇੱਕ ਸਟੈਪ ਦੇ ਉੱਪਰ ਸਾਨੂੰ ਕੀ ਕਰਨਾ ਪੈਂਦਾ? ਕੋਈ ਨਾ ਕੋਈ ਮੈਜਰਮੈਂਟਸ ਲੈਣੀਆਂ ਪੈਂਦੀਆਂ। ਕਿਉਂ? ਕਿਉਂਕਿ ਫਿਜ਼ਿਕਸ ਇਜ਼ ਦੀ ਐਗਜ਼ੈਕਟ ਸਾਇੰਸ and every step of it requires some measurement and calculations। ठीक है जी। हरेक स्टेप के उपर सानू कोई ना कोई measurement या calculations चाहिए। that is why we need measurement। यही कारण है कि सानू की चाहिए हैगी है? ਮੈਜ਼ਰਮੈਂਟ ਦੀ ਜਿਹੜੀ ਆ ਉਹ ਲੋੜ ਪੈਂਦੀ ਹੈ। ਇਹ ਪੁਆਇੰਟ ਕਲੀਅਰ ਹੋ ਗਿਆ ਕਿ ਨਹੀਂ ਹੋ ਗਿਆ ਜੀ? ਠੀਕ ਹੈ ਜੀ। ਦੈਟ ਇਜ਼ ਵਾਈ ਵੀ ਨੀਡ ਮੈਜ਼ਰਮੈਂਟ। ਠੀਕ ਹੈ ਜੀ। ਹੁਣ ਅਸੀਂ ਡਿਸਕਸ ਕਰਾਂਗੇ ਮੋਸਟ ਇੰਪੋਰਟੈਂਟ ਆਰਟੀਕਲ, ਵਾਟ ਇਜ਼ ਯੂਨਿਟ। ਯੂਨਿਟ ਸਾਡੇ ਕੋਲ ਕੀ ਚੀਜ਼ ਹੈ? ਆਪਾਂ ਛੋਟੀਆਂ ਕਲਾਸਾਂ ਦੇ ਵਿੱਚ ਇੱਕ ਆਰਟੀਕਲ ਕਰਦੇ ਹੁੰਦੇ ਸੀ, ਪੰਜਾਬੀ ਦੇ ਵਿੱਚ ਅਸੀਂ ਕਹਿੰਦੇ ਹੁੰਦੇ ਸੀ ਇਕਾਈ। ਇਕਾਈ ਦਾ ਮਤਲਬ ਕਿਸੇ ਵੀ ਚੀਜ਼ ਨੂੰ ਮੈਜਰ ਕਰਨ ਤੋਂ ਬਾਅਦ ਜਿਹੜਾ ਉਹਦੇ ਨਾਲ ਲਿਖਿਆ ਜਾਂਦਾ। ਜਿਵੇਂ ਮੰਨ ਲਓ ਜੇਕਰ ਕੋਈ ਲੰਬਾਈ ਮੈਜਰ ਕੀਤੀ ਹੈ ਤਾਂ ਆਪਾਂ ਲਿਖਿਆ 5 ਕਿਲੋਮੀਟਰ ਜਾਂ 5 ਮੀਟਰ, ਤਾਂ ਜਿਹੜਾ ਆਹ ਨਾਲ ਅਸੀਂ ਯੂਜ਼ ਕਰ ਰਹੇ ਹਾਂ ਮੀਟਰ ਜਾਂ ਕਿਲੋਮੀਟਰ, ਇਹਨੂੰ ਅਸੀਂ ਕੀ ਕਹਿੰਦੇ? ਯੂਨਿਟ। ਠੀਕ ਹੈ ਜੀ। ਹੁਣ ਅਸੀਂ ਜਿਹੜਾ ਇਸ ਆਰਟੀਕਲ ਦੇ ਵਿੱਚ ਡਿਸਕਸ ਕਰਨਾ ਹੈ ਉਹ ਆਪਣਾ ਆਰਟੀਕਲ ਕੀ ਹੈ? ਵਟ ਇਜ਼ ਅ ਯੂਨਿਟ। ਯੂਨਿਟ ਸਾਡੇ ਕੋਲੇ ਕੀ ਚੀਜ਼ ਹੁੰਦੀ ਹੈ? ਡਿਫਾਈਨ ਯੂਨਿਟ। ਦੱਸੋ ਬੇਟੇ, ਦਿਮਾਗ ਤੇ ਜ਼ੋਰ ਪਾਓ। ਦੇਖੋ ਇਕਾਈ ਆਪਾਂ ਕਹਿੰਦੇ ਹਾਂ, ਹੁਣ ਆਪਾਂ ਯੂਨਿਟ ਕੀ ਕਹਿੰਦੇ ਹਾਂ? ਵਟ ਇਜ਼ ਅ ਯੂਨਿਟ। ਦੇਖੋ ਇਹਦੀ ਡੈਫੀਨੇਸ਼ਨ ਦੇ ਵਿੱਚ ਆਪਾਂ ਕਹਾਂਗੇ ਇਟ ਇਜ਼ ਅ ਚੂਜ਼ਨ ਸਟੈਂਡਰਡ। ਇਟ ਇਜ਼ ਅ ਚੂਜ਼ਨ ਸਟੈਂਡਰਡ ਹੈਵਿੰਗ ਸੇਮ ਨੇਚਰ as that of the physical quantity we want to measure। ठीक है जी। physical quantity we want to measure। देखो ये चीज़ ਨੂੰ ਅਸੀਂ ਸਮਝੀਏ। ਕਹਿੰਦਾ ਜਿਹੜਾ ਯੂਨਿਟ ਹੈ ਉਹ ਸਾਡੇ ਕੋਲ ਕੀ ਹੈ? ਉਹ ਸਾਡੇ ਦੁਆਰਾ ਚੂਜ਼ ਕੀਤਾ ਗਿਆ ਇੱਕ ਸਟੈਂਡਰਡ ਹੈ। ਚੂਜ਼ਨ ਸਟੈਂਡਰਡ, ਜਿਹੜਾ ਸਟੈਂਡਰਡ ਅਸੀਂ ਚੂਜ਼ ਕਰ ਰਹੇ ਹਾਂ। ਠੀਕ ਹੈ ਜੀ। ਕਿਸ ਤਰ੍ਹਾਂ ਦਾ ਸਟੈਂਡਰਡ ਅਸੀਂ ਚੂਜ਼ ਕੀਤਾ? ਹੈਵਿੰਗ ਸੇਮ ਨੇਚਰ। ਕਿਹਦੇ ਨਾਲ?
दैट ऑफ द फिजिकल क्वांटिटी विच वी वॉन्ट टू मैजर। कहता जिहड़ी फिजिकल क्वांटिटी असी मैजर करनी है यूनिट भी उस तरह का ही होना चाहिए। फॉर एग्जाम्पल इफ वी वॉन्ट टू मैजर द लेंथ दैन यूनिट शुड बी टेकन ऑफ दैट ऑफ लेंथ। कहने का मतलब लंबाइयां मापन वास्ते सानू लंबाइयां वालियां इकाइयां जिवें मीटर किलोमीटर सेंटीमीटर मिलीमीटर लैनियां पैणगियां। भार मापन वास्ते जेकर फिजिकल क्वांटिटी साडे कोल की है मास है तो मास मैजर करने वाली फिजिकल क्वांटिटीज़ ग्राम किलोग्राम सानू आ जिहड़ियां वो यूज़ करनियां पैणगियां। ठीक है जी, इहदा मतलब ये है। मैं समझदा तुहानू डेफिनेशन है जिहड़ी क्लीयर हो गई होनी। बट इज़ अ यूनिट इट इज़ ए चूजन स्टैंडर्ड हैविंग सेम नेचर एज दैट ऑफ द फिजिकल क्वांटिटी विच वी वॉन्ट टू मैजर। ठीक है जी, हुण क्वेश्चन अपने कोल जिहड़ा इत्थे आउंदा भी वट इज़ फिजिकल क्वांटिटी। फिजिकल क्वांटिटी साडे कोले की चीज़ है फिजिकल क्वांटिटी। फिजिकल का मतलब जिन्हों असी देख सकते हैं टच कर सकते हैं महसूस कर सकते हैं। सो फिजिकल क्वांटिटी की है दीज आर दी क्वांटिटीज in terms of which laws of physics can be explained। ठीक है जी, जिवें मास लेंथ टाइम। ठीक है जी, इस तरह दी बड़िया फिजिकल क्वांटिटीज़ है जिन्हों की टर्म दे विच फिजिक्स के लॉज नूं की किया जा सकता है एक्सप्लेन किया जा सकता है। वो वाले लॉज नूं असीं की कहने हैं, वो वाली फिजिकल क्वांटिटीज़ नूं असीं की कहने हैं, वो वाली क्वांटिटी नूं असीं की कहने हैं फिजिकल क्वांटिटीज़। ये पॉइंट क्लीयर हो गया कि नहीं हो गया। जिवें मान लो अपने कोल की है एफ इज इक्वल टू एम ए, या असीं छोटियां क्लासां दे विच फार्मूला किया है डिस्टेंस इज इक्वल टू स्पीड इनटू टाइम। तो डिस्टेंस मैजर करने वास्ते भी अपने को एक फिजिकल क्वांटिटी है लंबाई, स्पीड भी है जिहड़ी एक फिजिकल क्वांटिटी है। अगे जाके असीं डिवाइड करांगे फंडामेंटल ते ड्राइव्ड दे विच। टाइम भी अपने को की एक फिजिकल क्वांटिटी। कहने का मतलब वाट आर फिजिकल क्वांटिटीज़ जिन्हां दी टर्म दे विच फिजिक्स के लॉज नूं एक्सप्लेन किया जाता है उन्हां नूं असीं की कहने हैं, उन्हां नूं असीं कहने हैं फिजिकल क्वांटिटीज़। ठीक है जी, क्लीयर हो गया कि नहीं हो गया जी। फिजिकल क्वांटिटीज़ जिहड़ियां अपने कोल हैगियां वो अपने कोले की है फिजिकल क्वांटिटीज़ बेसिकली अपने कोले दो तरह दियां हो सकदियां, तीन भी लै सकते हैं जो टेंसर लईए तो। बट आप सिंपल जे आप लैके चलीए भी जिहड़ियां साडे कोले फिजिकल क्वांटिटीज़ है वो किन्नी तरह दियां अपने कोल हो सकदियां। फिजिकल क्वांटिटीज़ है जिहड़ियां अपने कोले वो अपने कोल दो तरह दियां हो सकदियां। फिजिकल क्वांटिटीज़ अपने कोल किन्नी तरह दियां हो सकदियां, दो तरह दियां फिजिकल क्वांटिटीज़ हो सकदियां। ठीक है जी, एक तो होगी अपने कोले स्केलर क्वांटिटीज़, सैकेंड अपने कोल की होगी वेक्टर क्वांटिटीज़। ठीक है जी, स्केलर क्वांटिटीज़ एंड दी वैक्टर क्वांटिटीज़, दो तरह दी क्वांटिटीज़ अपने कोल हो सकदियां, स्केलर क्वांटिटीज़ ते वैक्टर क्वांटिटीज़। ठीक है जी, देखो स्केलर क्वांटिटीज़ साडे कोल किहड़ियां क्वांटिटीज़ है। स्केलर दे विच याद रखो नंबर। ठीक है जी, स्केलर दे विच आपां की याद रखना नंबर 1 2 3 4। कहने का मतलब स्केलर क्वांटिटीज़ वो वाली क्वांटिटीज़ है। ये नंबर नूं हुण असीं की शब्द क्या करांगे इत्थे वरत्या करांगे मैगनीट्यूड। नंबर वास्ते आपां किहड़ा शब्द वरत्या करांगे मैगनीट्यूड। सो वट आर स्केलर क्वांटिटीज़ दी क्वांटिटीज़ हैविंग मैगनीट्यूड ओनली, जिन्हां दा केवल की होवे मैगनीट्यूड होवे उन्हां बारे आपां डायरैक्शन ना दसीए भी किहड़ी डायरैक्शन च किवें सिंपल कहीए। ठीक है जी, 5 मीटर 10 रुपए। ठीक है जी, 20 किलोग्राम, इस तरह दी वैल्यू जी सिंपल यूज़ करिए नाल डायरैक्शन यूज़ ना हो उस तरह दी क्वांटिटीज़ नूं असीं की कहांगे स्केलर क्वांटिटीज़। नाउ वट आर वैक्टर क्वांटिटीज़। वैक्टर क्वांटिटीज़ अपने कोल की है दीज आर दी फिजिकल क्वांटिटीज़ हैविंग बोथ मैगनीट्यूड
ਐਜ਼ ਵੈਲ ਐਜ਼ ਡਾਇਰੈਕਸ਼ਨ। ਕਹਿਣ ਦਾ ਮਤਲਬ ਉਹ ਵਾਲੀਆਂ ਫਿਜ਼ੀਕਲ ਕੁਆਂਟੀਟੀਜ਼ ਜਿਨ੍ਹਾਂ ਦੇ ਵਿੱਚ ਮੈਗਨੀਟਿਊਡ ਨੰਬਰ ਤਾਂ ਕੋਈ ਨਾ ਕੋਈ ਵੈਲਿਊ ਹੈਗੀ ਹੈ, ਨਾਲ ਉਹਨਾਂ ਕੋਲੇ ਕੋਈ ਨਾ ਕੋਈ ਡਾਇਰੈਕਸ਼ਨ ਵੀ ਹੈਗੀ ਹੈ। ਠੀਕ ਹੈ, ਜਿਵੇਂ ਅਸੀਂ ਵੈਲੋਸਿਟੀ ਦੀ ਗੱਲ ਕਰਦੇ ਹਾਂ, ਆਪਾਂ ਕਹਿ ਦਿੰਦੇ ਹਾਂ ਜਿਵੇਂ ਮੀਟਰ ਪਰ ਸੈਕਿੰਡ ਦੇ ਵਿੱਚ ਕੋਈ ਬੋਡੀ ਮੂਵ ਕਰ ਰਹੀ ਹੈ ਟੁਵਰਡ ਨਾਰਥ। ਠੀਕ ਹੈ ਜੀ, ਜਾਂ ਆਪਾਂ ਕਹੀਏ ਕੋਈ ਬੋਡੀ ਹੈ ਜਿਹੜੀ ਉਹ ਐਕਸ ਐਕਸਿਸ ਵੱਲ ਮੂਵ ਕਰ ਰਹੀ ਹੈ। ਠੀਕ ਹੈ ਜੀ, ਜਾਂ ਕੋਈ ਬੋਡੀ ਆਪਣੇ ਕੋਲ ਕਿੱਧਰ ਮੂਵ ਕਰ ਰਹੀ ਹੈ, ਵਾਈ ਐਕਸਿਸ ਵੱਲ ਮੂਵ ਕਰ ਰਹੀ ਹੈ। ਮੰਨ ਲਓ ਇੱਧਰਲੀ ਸਾਈਡ ਤੇ ਆਪਾਂ ਕਹੀਏ ਕੋਈ ਬੋਡੀ ਹੈ ਜਿਹੜੀ ਓਰੀਜਨ ਤੋਂ 5 ਮੀਟਰ ਮੂਵ ਕੀਤੀ ਹੈ ਐਕਸ ਐਕਸਿਸ ਵੱਲ, ਤਾਂ ਦੇਖੋ ਉਹਦੇ ਕੋਲ ਇੱਕ ਮੈਗਨੀਟਿਊਡ ਵੀ ਹੈ ਤੇ ਨਾਲ ਆਪਣੇ ਕੋਲ ਕੀ ਹੈ ਐਕਸ ਐਕਸਿਸ ਕਰਕੇ ਆਪਣੇ ਕੋਲ ਕੀ ਆ ਗਈ ਨਾਲ ਡਾਇਰੈਕਸ਼ਨ ਵੀ ਆ ਗਈ। ਸੋ ਇਸ ਤਰ੍ਹਾਂ ਦੀਆਂ ਫਿਜ਼ੀਕਲ ਕੁਆਂਟੀਟੀਜ਼ ਜਿਨ੍ਹਾਂ ਕੋਲ ਕੀ ਹੈ ਡਾਇਰੈਕਸ਼ਨ ਵੀ ਹੋਵੇ ਤੇ ਮੈਗਨੀਟਿਊਡ ਵੀ ਹੋਵੇ, ਉਹਨਾਂ ਨੂੰ ਅਸੀਂ ਕੀ ਕਹਿੰਦੇ ਆ, ਵੈਕਟਰ ਕੁਆਂਟੀਟੀਜ਼। ਠੀਕ ਹੈ ਜੀ, ਸੋ ਆਪਾਂ ਜਿਹੜਾ ਵਿੱਚ ਵਰਡ ਯੂਜ਼ ਕੀਤਾ ਸੀਗਾ ਫਿਜ਼ੀਕਲ ਕੁਆਂਟੀਟੀ, ਉਹਦੇ ਬਾਰੇ ਤੁਹਾਨੂੰ ਕਲੀਅਰ ਹੋ ਗਿਆ ਹੋਣਾ ਵੀ ਫਿਜ਼ੀਕਲ ਕੁਆਂਟੀਟੀ ਸਾਡੇ ਕੋਲ ਕੀ ਹੁੰਦੀਆਂ। ਠੀਕ ਹੈ ਜੀ, ਆਪਾਂ ਯੂਨਿਟ ਦੇ ਵਿੱਚ ਆ ਟਰਮ ਯੂਜ਼ ਕੀਤੀ ਸੀ ਫਿਜ਼ੀਕਲ ਕੁਆਂਟੀਟੀ। ਸੋ ਦੁਬਾਰਾ ਆਪਾਂ ਡੈਫੀਨੇਸ਼ਨ ਨੂੰ ਰਿਵਾਈਜ਼ ਕਰਦੇ ਹਾਂ। ਵਟ ਇਜ਼ ਅ ਯੂਨਿਟ? ਯੂਨਿਟ ਸਾਡੇ ਕੋਲ ਕੀ ਹੈ? ਇਟ ਇਜ਼ ਅ ਚੂਜ਼ਨ ਸਟੈਂਡਰਡ, ਇਟ ਇਜ਼ ਅ ਚੂਜ਼ਨ ਸਟੈਂਡਰਡ having same nature as that of the physical quantity which we want to measure। ਕਹਿਣ ਦਾ ਮਤਲਬ ਯੂਨਿਟ ਹੈ ਜਿਹੜਾ ਉਹ ਸਾਡੇ ਦੁਆਰਾ ਚੁਣਿਆ ਗਿਆ ਇੱਕ ਸਟੈਂਡਰਡ ਹੈ। ਠੀਕ ਹੈ ਜੀ, ਜਿੰਦੀ ਵੈਲਿਊ ਆਪਣੇ ਕੋਲ ਕੀ ਹੁੰਦੀ ਹੈ, ਸੇਮ ਹੁੰਦੀ ਹੈ, ਉਹਦਾ ਸੁਭਾਅ, ਉਹਦਾ ਨੇਚਰ ਕਿਸ ਤਰ੍ਹਾਂ ਦਾ ਹੁੰਦਾ, ਜਿਹੜੀ ਫਿਜ਼ੀਕਲ ਕੁਆਂਟੀਟੀ ਅਸੀਂ ਕੀ ਕਰਨੀ ਹੈ, ਮੈਜ਼ਰ ਕਰਨੀ ਹੈ, ਉਸ ਫਿਜ਼ੀਕਲ ਕੁਆਂਟੀਟੀ ਦੇ ਨਾਲ ਦਾ ਹੀ ਹੈ ਜਿਹੜਾ ਉਹਦਾ ਸੁਭਾਅ ਹੁੰਦਾ। ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? ਠੀਕ ਹੈ ਜੀ, ਹੁਣ ਆਪਣੇ ਕੋਲੇ ਕੀ ਹੈ, ਜਿਹੜੀ ਪ੍ਰੋਸੈਸ ਆਫ ਮੈਜਰਮੈਂਟ ਬਾਰੇ ਜੇ ਅਸੀਂ ਗੱਲ ਕਰੀਏ, ਇਹਦੇ ਯੂਨਿਟ ਦੀਆਂ ਚਲੋ ਆਪਾਂ ਪਹਿਲਾਂ ਕਰੈਕਟਰਿਸਟਿਕਸ ਕਰ ਲੈਂਦੇ, ਇਸ ਟੌਪਿਕ ਨੂੰ ਅਸੀਂ ਕੰਪਲੀਟ ਕਰ ਲੈਂਦੇ। ਵਾਟ ਆਰ ਦੀ ਕਰੈਕਟਰਿਸਟਿਕਸ ਆਫ ਏ ਯੂਨਿਟ? ਕਰੈਕਟਰਿਸਟਿਕਸ ਆਫ ਏ ਯੂਨਿਟ ਜਾਂ ਪ੍ਰੋਪਰਟੀਜ਼ ਕਹਿ ਲਓ, ਕਰੈਕਟਰਿਸਟਿਕਸ ਜਾਂ ਪ੍ਰੋਪਰਟੀਜ਼ ਆਫ ਏ ਯੂਨਿਟ। ਜਿਹੜਾ ਇੱਕ ਯੂਨਿਟ ਹੈ ਉਹਦਾ ਸੁਭਾਅ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ। ਹਰੇਕ ਚੀਜ਼ ਨੂੰ ਹੈ ਜਿਹੜਾ ਅਸੀਂ ਉਹ ਜਿਹੜਾ ਯੂਨਿਟ ਹੈ ਉਹ ਨਹੀਂ ਮੰਨ ਸਕਦੇ, ਉਹਦੇ ਵਿੱਚ ਕੋਈ ਨਾ ਕੋਈ ਪ੍ਰੋਪਰਟੀਜ਼ ਹੋਣੀਆਂ ਚਾਹੀਦੀਆਂ ਜਿਹਦੇ ਕਰਕੇ ਆਪਾਂ ਨੂੰ ਕੀ ਸਪੋਜ਼ ਕਰੀਏ, ਸਟੈਂਡਰਡ ਯੂਨਿਟ। ਠੀਕ ਹੈ ਜੀ, ਫਸਟ ਪ੍ਰੋਪਰਟੀ ਆਪਣੇ ਕੋਲ ਕੀ ਹੈ, ਵੈਲ ਡਿਫਾਈਨਡ। ਫਸਟ ਪ੍ਰੋਪਰਟੀ ਆਪਣੇ ਕੋਲ ਕੀ ਹੈ, ਵੈਲ ਡਿਫਾਈਨਡ। ਵੈਲ ਡਿਫਾਈਨਡ ਦਾ ਮਤਲਬ ਜਿਹੜਾ ਵੀ ਯੂਨਿਟ ਤੁਸੀਂ ਚੂਜ਼ ਕਰ ਰਹੇ ਹੋ ਉਹਦੀ ਡੈਫੀਨੇਸ਼ਨ ਹੈ ਜਿਹੜੀ ਉਹ ਵੈਲ ਡਿਫਾਈਨਡ ਹੋਣੀ ਚਾਹੀਦੀ ਹੈ। ਆਪਣੇ ਕੋਲ ਕੋਈ ਵੇਗ ਡੈਫੀਨੇਸ਼ਨ ਨਹੀਂ ਹੋਣੀ ਚਾਹੀਦੀ, ਐਗਜ਼ੈਕਟਲੀ ਡਿਫਾਈਨ ਹੋਣਾ ਚਾਹੀਦਾ। ਸੋ ਆਪਾਂ ਕਹੀਏ ਜਿਹੜਾ ਚੂਜ਼ਨ ਯੂਨਿਟ ਹੈ ਇਹ ਕੀ ਹੋਣਾ ਚਾਹੀਦਾ, ਸ਼ੁੱਡ ਬੀ ਵੈਲ ਡਿਫਾਈਨਡ। ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਸਾਡੇ ਕੋਲੇ, ਸ਼ੁੱਡ ਬੀ ਵੈਲ ਡਿਫਾਈਨਡ। ਠੀਕ ਹੈ ਜੀ, ਇਹਦੀ ਡੈਫੀਨੇਸ਼ਨ ਹੈ ਸਾਨੂੰ ਉਹ ਕਲੀਅਰ ਹੋਣੀ ਚਾਹੀਦੀ ਹੈ, ਐਗਜ਼ੈਕਟ ਹੋਣੀ ਚਾਹੀਦੀ ਹੈ। ਕੋਈ ਵੀ ਜਿਹੜੀ ਡੈਫੀਨੇਸ਼ਨ ਦੇ ਵਿੱਚ ਕੋਈ ਐਂਬੀਗੁਇਟੀ ਜਾਂ ਵੇਰੀਏਸ਼ਨ ਨਹੀਂ ਹੋਣੀ ਚਾਹੀਦੀ ਵੀ ਇੱਕ ਪਲੇਸ ਤੋਂ ਦੂਸਰੇ ਪਲੇਸ ਤੱਕ ਆਪਾਂ ਜਾਂਦੇ ਹਾਂ ਤਾਂ ਉਹਦੀ ਵੀ ਡੈਫੀਨੇਸ਼ਨ ਹੀ ਹੈ ਜਿਹੜੀ ਆਪਣੇ ਕੋਲ ਕੀ ਕਰੀ ਜਾਵੇ, ਚੇਂਜ ਕਰੀ ਜਾਵੇ। ਠੀਕ ਹੈ ਜੀ, ਇਹ ਪਹਿਲਾ ਕਰੈਕਟਰਿਸਟਿਕਸ ਹੋ ਗਿਆ। ਦੂਸਰਾ ਆਪਣੇ ਕੋਲ ਕੀ ਹੋ ਗਿਆ, ਸੁਟੇਬਲ ਸਾਈਜ਼। ਸੁਟੇਬਲ ਸਾਈਜ਼ ਮਤਲਬ ਜਿਹੜਾ ਵੀ ਅਸੀਂ ਯੂਨਿਟ ਚੂਜ਼ ਕਰਨਾ ਹੈ ਉਹਦੇ ਵਿੱਚ ਕੀ ਪ੍ਰੋਪਰਟੀ ਹੋਣੀ ਚਾਹੀਦੀ ਹੈ, ਇਟ ਸ਼ੁੱਡ ਬੀ ਆਫ ਸੁਟੇਬਲ ਸਾਈਜ਼। ਇਟ ਸ਼ੁੱਡ ਬੀ ਆਫ ਸੁਟੇਬਲ ਸਾਈਜ਼। ਕਿੰਦੇ ਮੁਕਾਬਲੇ, as that of the physical quantity we want to measure, we want to measure। ਕਹਿਣ ਦਾ ਮਤਲਬ ਜਿਹੜੀ ਫਿਜ਼ੀਕਲ ਕੁਆਂਟੀਟੀ ਅਸੀਂ ਮੈਜਰ ਕਰਨ ਜਾ ਰਹੇ ਹਾਂ, ਜਿਹੜਾ ਯੂਨਿਟ ਕੀ ਹੋਣਾ ਚਾਹੀਦਾ ਹੈ, ਉਹਦਾ ਜਿਹੜਾ ਵੈਲਿਊ ਹੋਣੀ ਚਾਹੀਦੀ ਹੈ ਚੂਜ਼ਨ, ਉਹ ਉਹਦੇ ਅਕੋਰਡਿੰਗਲੀ ਹੀ ਹੋਣੀ ਚਾਹੀਦੀ। ਫੋਰ ਐਗਜ਼ਾਮਪਲ ਮੰਨ ਲਓ ਆਪਾਂ ਆਹ ਲਾਈਨ ਹੈ ਜਿਹੜੀ ਮੈਜਰ ਕਰਨੀ ਹੈ ਤੇ ਮੈਂ ਇਹਦੇ ਵਾਸਤੇ ਯੂਨਿਟ ਲੈ ਲਾਂ ਕਿਲੋਮੀਟਰ, ਤਾਂ ਇਹ ਗਲਤ ਹੋ ਜਾਊਗਾ ਕਿਉਂਕਿ ਲੈਂਥ ਇਜ਼ ਵੈਰੀ ਵੈਰੀ ਸਮਾਲ ਐਂਡ ਯੂਨਿਟ ਟੇਕਨ ਇਜ਼ ਵੈਰੀ ਲਾਰਜ। ਇਹਦੇ ਵਾਸਤੇ ਯੂਨਿਟ ਕੀ ਹੋਣਾ ਚਾਹੀਦਾ ਸੀਗਾ, ਸੈਂਟੀਮੀਟਰ ਹੋਣਾ ਚਾਹੀਦਾ ਸੀਗਾ ਜਾਂ ਮੀਟਰ ਹੋਣਾ ਚਾਹੀਦਾ ਸੀਗਾ। ਠੀਕ ਹੈ ਜੀ, ਕਹਿਣ ਦਾ ਮਤਲਬ ਕੋਈ ਵੀ ਫਿਜ਼ੀਕਲ ਕੁਆਂਟੀਟੀ ਹੈ ਜਦੋਂ ਅਸੀਂ ਉਹਨੂੰ ਮੈਜਰ ਕਰਨੀ ਹੈ ਤਾਂ ਜਿਹੜਾ ਯੂਨਿਟ ਹੈ ਉਹਦੇ ਆਪਣੇ ਕੋਲ ਕਰੈਕਟਰਿਸਟਿਕਸ ਕੀ ਹੋਣਾ ਚਾਹੀਦਾ, it should be of suitable size, neither too long neither too small in comparison with the quantity to be measured। ਨਾ ਤਾਂ ਬਹੁਤ ਜ਼ਿਆਦਾ ਛੋਟਾ ਹੋਣਾ ਚਾਹੀਦਾ, ਨਾ ਬਹੁਤ ਜ਼ਿਆਦਾ ਲਾਰਜ ਹੋਣਾ ਚਾਹੀਦਾ। ਕਿੰਦੇ ਮੁਕਾਬਲੇ 'ਚ, ਫਿਜ਼ੀਕਲ ਕੁਆਂਟੀਟੀ ਦੇ ਮੁਕਾਬਲੇ 'ਚ which we want to measure, ਜਿਹੜੀ ਅਸੀਂ ਮੈਜਰ ਕਰਨਾ ਚਾਹੁੰਦੇ ਹਾਂ।
ठीक है जी, ये पॉइंट क्लीयर होया कि नहीं होया जी। थर्ड वेखो की प्रॉपर्टी है उनके कोले, ईजिली रीप्रोड्यूसिबल। ईजिली रीप्रोड्यूसिबल मतलब जिन्हों एक बार खराब होने तो बाद दोबारा आसानी नाल बनाया जा सके। ईजिली रीप्रोड्यूसिबल का मतलब वंस डिस्ट्रॉयड या लॉस्ट कैन बी प्रोड्यूस्ड ईजिली, जिन्हों एक बार खत्म होने तो बाद की है दोबारा ईजिली की किया जा सके, बनाया जा सके। ये प्रॉपर्टी अपने को होनी चाहिए है। ठीक है जी, जिवें मान लो अपने को स्केल है जिन्हों असी यूनिट चूज किया है लंबाई मेजर करने वास्ते। ठीक है जी, ये इस तरह का नहीं होना चाहिए भी एक बार स्केल टुट गया तो उस तो बाद अपने को कितों मिले ही ना, या जापान च जाके मिले इतों मिले ही ना। ठीक है जी, ਜਾਂ ਉਹਨੂੰ ਦੁਬਾਰਾ बनाया ही ना जा सके। ठीक है जी, एक बार टुटन तो बाद ਉਹਨੂੰ ਦੁਬਾਰਾ आसानी नाल बनाया जा सके। ਇਹਦਾ मतलब ਜਿਹੜਾ भी ਅਸੀਂ यूनिट है ਜਿਹੜਾ ਉਹ ਚੂਜ਼ करना है वो ਦੁਬਾਰਾ आसानी नाल की बनाया जा सके, कैन बी प्रोड्यूस्ड ईजिली, कैन बी प्रोड्यूस्ड ईजिली, जिन्हों दोबारा की किया जा सके, बनाया जा सके। ठीक है जी, क्लीयर होया कि नहीं होया जी। नैक्सट अपने को की है, नैक्सट जी प्रॉपर्टी है अपने को एक यूनिट जी अपने को होनी चाहिए है वो अपने को की है भी जोड़ा यूनिट है अपने को इट शुड नॉट चेंज विद प्रैशर वॉल्यूम टैंपरेचर। कहना मतलब फिजिकल कंडीशन के नाल चेंज नहीं करना चाहिए। यूनिट शुड नॉट change with physical conditions, physical conditions like temperature, pressure, वॉल्यूम। ठीक है जी, कहना मतलब ये है भी जेकर कोई असी यूनिट लंबाई का मान लो आप एग्जाम्पल लईए आप चूज किया है वो हॉट टैंपरेचर ते जाके ना होवे भी उनकी लंबाई वध जे ते कोल्ड टैंपरेचर ते जाके ना होवे भी वो कॉन्ट्रैक्ट कर जे। ठीक है जी, इस तरह का यूनिट है जो चूज करना चाहिए है जोड़ा अपने को की है टैंपरेचर ते प्रैशर के नाल जी उनकी वैल्यू की है अपने को चेंज ना होवे। ठीक है जी, ठीक है। ईजिली असैसेबल, नैक्सट अपने को जे असी प्रॉपर्टी की गल करिए तो अपने को की है ईजिली असैसेबल। ईजिली एक्सैसेबल का मतलब की है जोड़ा एक्सैस किया जा सके आसानी के नाल, हर एक दी रेंज दे विच होवे, नाइदर टू कॉस्टली और नॉट अफोर्डेबल। ठीक है जी, जोड़ा अपने को की जिन्हों आसानी नाल की किया जा सके, एक्सैस किया जा सके। ठीक है जी, अफोर्डेबल होना चाहिए, आसानी नाल एक्सैस किया जा सके, वो अपने को की होगा। इस तरह दी क्वांटिटी जिहड़ी क्वालिटीज़ है किसी चीज़ दे विच होणगियां तो उन्होंने ही आपां की बनावांगे, यूनिट बनावांगे। ठीक है जी, सो अपने को ये क्वेश्चन आउंदा यूनिट दे नाल संबंधित। ठीक है जी, करैक्टरिस्टिक्स ऑफ द यूनिट दे विच असीं की डिस्कस किया। पहला करैक्टरिस्टिक्स की सी वेल डिफाइंड, कहना मतलब उनकी डेफिनेशन की होनी चाहिए है, प्रॉपरली डिफाइंड होनी चाहिए। जिवें मान लो आप लंबाई ले गई है भी गिठ क्यों नहीं वरतते, अपने हत्थ की गिठ क्यों नहीं वरतते, क्योंकि इनकी डेफिनेशन क्लीयर नहीं। मेरे हत्थ की गिठ का साइज़ होर है, तुहाडे हत्थ की गिठ का साइज़ होर है। ठीक है जी, हरेक परसन की जिवें मान लो आप घरों कपड़ा लैन जाइए, मैं कहां 5 गिठा मैं कपड़ा लैन गया। ठीक है जी, उत्थे जाके मैं आपदी गिठ ना यूज़ करके वो दूसरे बंदे नूं कहां 5 गिठा कपड़े दे दे, उनकी गिठ का साइज़ होर है, तुहाडा होर है। ठीक है जी, इस तरह के जोड़े कहने का मतलब जोड़े यूनिट तुसी चूज करने हैं उन्होंने डेफिनेशन की होनी चाहिए, क्लीयर होनी चाहिए। सूटेबल साइज़ का मतलब जोड़ा भी तुसी यूनिट चूज करना है वो फिजिकल क्वांटिटीज़ तो ना तो बड़ा ज़्यादा वड्डा होना चाहिए, ना बड़ा ज़्यादा छोटा होना चाहिए, कंपेयरेबल होना चाहिए, साइज़ के बराबर होना चाहिए। ठीक है जी, थर्ड की है ईजिली रीप्रोड्यूसिबल। ईजिली रीप्रोड्यूसिबल का मतलब ये है भी जेकर एक बार वो चीज़ गुम गई, लॉस्ट हो गई, डिस्ट्रॉय होगी तो दोबारा उन्होंने आसानी नाल की किया जा सके, उन्होंने आसानी नाल दोबारा बनाया जा सके, इस तरह दियाँ। ठीक है जी, थर्ड आप कहा सी इट शुड नॉट चेंज विद द फिजिकल कंडीशनस, इट शुड नॉट चेंज विद द फिजिकल कंडीशनस। कहने का मतलब ये ना होवे भी टैंपरेचर नाल, प्रैशर नाल जां वॉल्यूम दे नाल, ह्यूमिडिटी दे नाल, इन्वायरमेंटल चेंजिस दे नाल अपने कोल की है भी वो बॉडी दा जिहड़ा तुसीं यूनिट चूज किया है उनकी लंबाई चौड़ाई जां उनकी वैल्यू ही की हो जाए, चेंज हो जाए, वो ईजिली जिहड़ा अपने कोल की है आपदी वैल्यू नूं जे चेंज कर रहा, इट मीनस उन्होंने असीं स्टैंडर्ड यूनिट के तौर पर नहीं यूज़ कर सकते। लास्ट आपां की यूज़ किया सी इट शुड बी ईजिली एक्सैसेबल,
ਈਜ਼ਲੀ ਐਕਸੈਸਿਬਲ ਦਾ ਮਤਲਬ ਕੀ ਹੈ, ਜਿਹੜਾ ਸਾਡੀ ਰੇਂਜ ਦੇ ਵਿੱਚ ਹੋਵੇ, ਅਫੋਰਡੇਬਲ ਹੋਵੇ, ਆਸਾਨੀ ਨਾਲ ਹੈ ਜਿਹੜਾ ਉਹਨੂੰ ਪ੍ਰਾਪਤ ਕੀਤਾ ਜਾ ਸਕੇ। ਠੀਕ ਹੈ ਜੀ। ਸੋ ਜਿਹੜਾ ਯੂਨਿਟ ਹੈ, ਜਿਹੜੀਆਂ ਉਹ ਇਸ ਤਰ੍ਹਾਂ ਦੀਆਂ ਪ੍ਰੋਪਰਟੀਜ਼ ਨੂੰ ਫੋਲੋ ਕਰਦਾ ਹੈ, ਉਹਨੂੰ ਅਸੀਂ ਕੀ ਬਣਾ ਸਕਦੇ ਹਾਂ, ਸਟੈਂਡਰਡ ਯੂਨਿਟ। ਠੀਕ ਹੈ ਜੀ। ਇਹ ਪੁਆਇੰਟ ਆਪਣੇ ਕੋਲ ਕਲੀਅਰ ਹੋ ਗਿਆ ਕਿ ਨਹੀਂ ਹੋ ਗਿਆ ਜੀ? ਠੀਕ ਹੈ ਜੀ। ਸੋ ਨੈਕਸਟ ਆਰਟੀਕਲ ਆਪਾਂ ਕਰਦੇ ਹਾਂ ਪ੍ਰੋਸੈਸ ਆਫ ਮੈਜਰਮੈਂਟ। ਪ੍ਰੋਸੈਸ ਆਫ ਮੈਜਰਮੈਂਟ ਵੀ ਮੈਜਰਮੈਂਟ ਦੀ ਜਿਹੜੀ ਪ੍ਰੋਸੈਸ ਹੈ ਸਾਡੇ ਕੋਲ, ਉਹ ਕੀ ਚੀਜ਼ ਹੈ? ਠੀਕ ਹੈ ਜੀ। ਪ੍ਰੋਸੈਸ ਆਫ ਮੈਜਰਮੈਂਟ। ਦੇਖੋ ਬੇਟੇ, ਜਿਹੜੀ ਮੈਜਰਮੈਂਟ ਹੈ, ਜਿਹਨੂੰ ਅਸੀਂ ਪੰਜਾਬੀ ਦੇ ਵਿੱਚ ਕਹਿ ਦਿੰਦੇ ਮਾਪ, ਮਾਪ ਕਿਸ ਤਰ੍ਹਾਂ ਨਾਲ ਲਿਆ ਜਾਂਦਾ? ਠੀਕ ਹੈ ਜੀ। ਜੇ ਆਪਾਂ ਧਿਆਨ ਨਾਲ ਨੋਟ ਕਰੀਏ, ਦੇਖੋ ਜੇ ਮੰਨ ਲਓ ਆਪਾਂ ਕੱਪੜਾ ਲੈਣ ਗਏ ਹਾਂ ਮਾਰਕੀਟ ਦੇ ਵਿੱਚ, ਤਾਂ ਕਿਸ ਤਰ੍ਹਾਂ ਨਾਲ ਅਸੀਂ ਉੱਥੇ ਕੀ ਕਹਿੰਦੇ ਹਾਂ ਜਾ ਕੇ? ਮੰਨ ਲਓ ਅਸੀਂ ਕਹਿੰਦੇ ਹਾਂ ਵੀ ਸੂਟ ਵਾਸਤੇ ਜਾਂ ਪੈਂਟ ਸ਼ਰਟ ਵਾਸਤੇ ਵੀ 5 ਮੀਟਰ ਕੱਪੜਾ ਦੇ ਦਿਓ, ਤਾਂ ਉਹਦੇ ਕੋਲੇ ਕੀ ਹੁੰਦਾ, ਇੱਕ ਯੂਨਿਟ ਹੁੰਦਾ ਜਿਹਨੂੰ ਅਸੀਂ ਕਹਿੰਦੇ ਮੀਟਰ। ਉਹਨੂੰ ਕਿੰਨੇ ਟਾਈਮ ਰਿਪੀਟ ਕਰਦਾ? 5 ਟਾਈਮਸ। ਠੀਕ ਹੈ ਜੀ। ਜੇ ਆਪਾਂ ਕਹਿੰਦੇ ਹਾਂ ਵੀ ਇੱਕ ਪਲੇਸ ਦੂਸਰੇ ਪਲੇਸ ਤੋਂ 30 ਕਿਲੋਮੀਟਰ ਦੂਰ ਹੈ, ਇਹਦਾ ਮਤਲਬ ਕੀ ਹੋਇਆ ਵੀ ਇੱਕ ਯੂਨਿਟ ਕੀ ਅਸੀਂ ਚੂਜ਼ ਕੀਤਾ ਹੈਗਾ, ਕਿਲੋਮੀਟਰ, ਤੇ ਕਿੰਨੇ ਟਾਈਮ ਉਹ ਆਪਦੇ ਆਪ ਨੂੰ ਰਿਪੀਟ ਕਰਦਾ ਹੈਗਾ? 30 ਟਾਈਮਸ। ਸੋ ਪ੍ਰੋਸੈਸ ਆਫ ਮੈਜਰਮੈਂਟ ਦੇ ਵਿੱਚ ਬੇਸਿਕਲੀ ਸਾਡੇ ਕੋਲ ਕੀ ਹੈ ਵੀ ਇੱਕ ਜਿਹੜਾ ਸਟੈਂਡਰਡ ਯੂਨਿਟ ਹੈ, ਇਹ ਆਪਦੇ ਆਪ ਨੂੰ ਕੀ ਕਰਦਾ ਹੈ? ਰਿਪੀਟ ਕਰਦਾ ਹੈ ਟੂ ਗੈਟ ਦੀ ਫਿਜ਼ੀਕਲ ਕੁਆਂਟੀਟੀ। ਠੀਕ ਹੈ ਜੀ। ਪ੍ਰੋਸੈਸ ਆਫ ਮੈਜਰਮੈਂਟ ਕੀ ਹੈ? ਆਪਾਂ ਇਹ ਕਹਿ ਸਕਦੇ ਹਾਂ, ਇਟ ਇਜ਼ ਦੀ ਪ੍ਰੋਸੈਸ ਆਫ repetition of a standard unit to get the required physical quantity। ਠੀਕ ਹੈ ਜੀ। ਫਿਜ਼ੀਕਲ ਕੁਆਂਟਿਟੀ ਨੂੰ ਪ੍ਰਾਪਤ ਕਰਨ ਦੇ ਲਈ ਕੀ ਕੀਤਾ ਜਾਂਦਾ ਹੈ? ਇੱਕ ਜਿਹੜਾ ਯੂਨਿਟ ਚੂਜ਼ ਕੀਤਾ ਹੈ, ਉਹਨੂੰ ਆਪਣੇ ਕੋਲ ਵਾਰੀ-ਵਾਰੀ ਰਿਪੀਟ ਕੀਤਾ ਜਾਂਦਾ। ਇਫ ਆਪਾਂ ਜੇ ਕਿਊ ਨਾਲ ਡਿਨੋਟ ਕਰੀਏ ਫਿਜ਼ੀਕਲ ਕੁਆਂਟਿਟੀ ਨੂੰ, ਤਾਂ ਕਿਊ ਕਿੰਦੇ ਬਰਾਬਰ ਹੋਊਗਾ? n into u। n ਆਪਣੇ ਕੋਲ ਕੀ ਹੈ? ਨੰਬਰ, ਨੂਮੈਰੀਕਲ ਵੈਲਿਊ। ਠੀਕ ਹੈ ਜੀ। ਤੇ u ਆਪਣੇ ਕੋਲ ਕੀ ਹੈ? ਯੂਨਿਟ ਚੂਜ਼ਨ। ਜਿਹੜਾ ਬੇਟੇ ਇਹ ਕਿਊ ਹੈ ਨਾ, ਫਿਜ਼ੀਕਲ ਕੁਆਂਟਿਟੀ ਹੈ ਜਿਹੜੀ ਆਪਣੇ ਕੋਲ, ਇਹ ਹਮੇਸ਼ਾ ਕਾਂਸਟੈਂਟ ਹੁੰਦੀ ਹੈ। ਦੇਖੋ ਆਪਾਂ ਐਗਜ਼ਾਮਪਲ ਲੈ ਕੇ ਇਸ ਚੀਜ਼ ਨੂੰ ਜਿਹੜਾ ਐਕਸਪਲੇਨ ਕਰਦੇ ਹਾਂ ਵੀ ਕਿਸ ਤਰ੍ਹਾਂ ਨਾਲ ਇਹ ਚੀਜ਼ ਹੈ ਜਿਹੜੀ ਆਪਾਂ ਕਹਿ ਰਹੇ ਹਾਂ। ਲੈਟ ਅਸ ਸਪੋਜ਼ ਵੀ ਵਾਂਟ ਟੂ ਮੈਜ਼ਰ ਅ ਲੈਂਥ ਬਿਟਵੀਨ ਦੀ 2 ਸਟੇਸ਼ਨਸ A ਐਂਡ B। ਠੀਕ ਹੈ ਜੀ। ਅਸੀਂ 2 ਪਲੇਸਿਸ ਦੇ ਵਿਚਕਾਰ ਡਿਸਟੈਂਸ ਨੂੰ ਮੈਜਰ ਕਰਨਾ ਚਾਹੁੰਦੇ ਹਾਂ, ਤਾਂ ਫਸਟ ਆਪਣੇ ਕੋਲ ਕੀ ਹੈ? ਆਪਾਂ ਕੀ ਚੂਜ਼ ਕਰਾਂਗੇ? ਅਸੀਂ ਯੂਨਿਟ ਚੂਜ਼ ਕਰਾਂਗੇ। ਕਿਸ ਤਰ੍ਹਾਂ ਦਾ ਯੂਨਿਟ ਚੂਜ਼ ਕਰਾਂਗੇ? ਜਿੰਦਾ ਸਾਈਜ਼ ਕੀ ਹੋਵੇ ਆਪਣੇ ਕੋਲੇ ਕੰਪੇਅਰੇਬਲ ਟੂ ਦੀ ਫਿਜ਼ੀਕਲ ਕੁਆਂਟਿਟੀ, ਦੀ ਨੇਚਰ ਵੀ ਕੀ ਹੋਵੇ ਸੇਮ। ਹੁਣ ਲੰਬਾਈ ਮਾਪਣ ਦੇ ਲਈ ਕਿਲੋਗ੍ਰਾਮ ਯੂਨਿਟ ਨਹੀਂ ਲਿਆ ਜਾ ਸਕਦਾ। ਕਿਹੜਾ ਯੂਨਿਟ ਲੈਣਾ? ਜਿੰਦੀ ਸੇਮ ਨੇਚਰ ਹੋਵੇ ਐਜ਼ ਦੈਟ ਆਫ ਦੀ ਫਿਜ਼ੀਕਲ ਕੁਆਂਟਿਟੀ। ਠੀਕ ਹੈ ਜੀ। ਮੰਨ ਲਓ ਲੰਬਾਈ ਜ਼ਿਆਦਾ ਹੈ, ਠੀਕ ਹੈ ਜੀ, ਤਾਂ ਆਪਾਂ ਯੂਨਿਟ ਮੰਨ ਲਓ ਲੈ ਲਿਆ ਕਿਲੋਮੀਟਰ। ਠੀਕ ਹੈ ਜੀ। ਮੰਨ ਲਓ ਇਸ ਤਰ੍ਹਾਂ ਨਾਲ 1 ਕਿਲੋਮੀਟਰ, ਫਿਰ ਅਸੀਂ ਰਿਪੀਟ ਕੀਤਾ 2 3 4 5 ਤੇ 6। ਇਹਦਾ ਮਤਲਬ ਅਸੀਂ ਇੱਕ ਯੂਨਿਟ ਨੂੰ ਕਿੰਨੇ ਟਾਈਮ ਰਿਪੀਟ ਕੀਤਾ? 6 ਟਾਈਮ। ਠੀਕ ਹੈ ਜੀ। ਇਹਦਾ ਮਤਲਬ ਅਸੀਂ ਕੀ ਲਿਖਿਆ? ਫਿਜ਼ੀਕਲ ਕੁਆਂਟਿਟੀ ਜਿਹੜੀ ਲੈਂਥ ਹੈ ਉਹ ਆਪਣੇ ਕੋਲ ਕਿੰਦੇ ਬਰਾਬਰ ਹੈ? 6 ਕਿਲੋਮੀਟਰ। ਆ ਆਪਣੇ ਕੋਲ ਕੀ ਹੋ ਗਿਆ? n ਨੂਮੈਰੀਕਲ ਵੈਲਿਊ। ਆ ਆਪਣੇ ਕੋਲ ਕੀ ਹੈ? ਯੂਨਿਟ। ਠੀਕ ਹੈ ਜੀ। ਹੁਣ ਅਸੀਂ ਇਸ ਚੀਜ਼ ਨੂੰ ਪ੍ਰੂਵ ਕਰਨਾ ਚਾਹੁੰਦੇ ਹਾਂ ਵੀ ਜਿਹੜੀ ਕਿਊ ਦੀ ਵੈਲਿਊ ਸੇਮ ਰਹਿੰਦੀ ਹੈ। ਹੁਣ ਦੇਖੋ ਮੈਂ ਇਹਨੂੰ ਇਹ ਲਿਖ ਸਕਦਾ 6000 ਮੀਟਰ। 1 ਕਿਲੋਮੀਟਰ ਦੇ ਵਿੱਚ 1000 ਮੀਟਰ ਹੁੰਦੇ। ਇਹਦਾ ਮਤਲਬ ਜੇਕਰ ਮੈਂ ਕਿਲੋਮੀਟਰ ਦੀ ਥਾਂ ਤੇ ਮੀਟਰ ਲਿਖਣਾ ਤਾਂ ਇੱਥੇ k ਦੀ ਵੈਲਿਊ ਕੀ ਭਰਤੀ? k ਦੀ ਵੈਲਿਊ 1000 ਹੁੰਦੀ ਹੈ। ਠੀਕ ਹੈ ਜੀ। ਤਾਂ ਆਪਣੇ ਕੋਲ ਕੀ ਆ ਗਿਆ? 6000 ਮੀਟਰ ਆ ਗਿਆ। ਜੇ ਮੈਂ ਇਹਨੂੰ ਸੈਂਟੀਮੀਟਰ ਦੇ ਵਿੱਚ ਕਨਵਰਟ ਕਰ ਦਿਆਂ, ਠੀਕ ਹੈ ਜੀ, ਆਪਾਂ ਨੂੰ ਪਤਾ 1 ਮੀਟਰ ਦੇ ਵਿੱਚ ਕਿੰਨੇ ਹੁੰਦੇ? 100 ਸੈਂਟੀਮੀਟਰ ਹੁੰਦੇ। ਮੀਟਰ ਦੀ ਥਾਂ ਤੇ ਇੱਥੇ 100 ਲਿਖਿਆ ਜਾਊਗਾ ਸੈਂਟੀਮੀਟਰ। ਹੁਣ ਜਿਹੜਾ ਪੁਆਇੰਟ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਕਿ 6 ਲੱਖ ਸੈਂਟੀਮੀਟਰ ਜਾਂ 6000 ਮੀਟਰ ਜਾਂ 6 ਕਿਲੋਮੀਟਰ, ਕੀ ਇਹ ਲੰਬਾਈ ਅੱਡ ਅੱਡ ਹੈ?
ਬਿਲਕੁਲ ਵੀ ਨਹੀਂ। A ਤੇ B ਦੇ ਵਿਚਕਾਰ ਦੀ ਜਿਹੜੀ ਲੰਬਾਈ ਹੈ ਉਨੀ ਹੀ ਹੈ, ਫਿਕਸ ਹੈ। ਬਟ ਜੇ ਅਸੀਂ ਧਿਆਨ ਨਾਲ ਦੇਖੀਏ ਕਿ n ਅਤੇ u ਦੀ ਵੈਲਿਊ ਹੈ ਜਿਹੜੀ ਉਹ ਚੇਂਜ ਕਰ ਰਹੀ ਹੈ। ਹਾਂਜੀ, ਪਹਿਲੇ ਕੇਸ ਦੇ ਵਿੱਚ ਦੇਖੋ n ਦੀ ਵੈਲਿਊ ਕਿੰਨੀ ਸੀ 6 ਤੇ u ਦੀ ਵੈਲਿਊ ਕੀ ਸੀ ਕਿਲੋਮੀਟਰ। ਸੈਕਿੰਡ ਕੇਸ ਦੇ ਵਿੱਚ ਦੇਖੋ n ਦੀ ਵੈਲਿਊ ਕਿੰਨੀ ਸੀਗੀ 6000 ਤੇ u ਦੀ ਵੈਲਿਊ ਕੀ ਸੀ ਯੂਨਿਟ ਕੀ ਸੀਗਾ ਮੀਟਰ। ਥਰਡ ਕੇਸ ਦੇ ਵਿੱਚ ਜੇ ਅਸੀਂ ਦੇਖਦੇ ਹਾਂ ਤਾਂ n ਦੀ ਵੈਲਿਊ ਸਾਡੇ ਕੋਲ ਕਿੰਨੀ ਸੀਗੀ 6 ਲੱਖ ਤੇ u ਦੀ ਵੈਲਿਊ ਆਪਣੇ ਕਿੰਨੀ ਸੀਗੀ ਸੈਂਟੀਮੀਟਰ। ਠੀਕ ਹੈ ਜੀ। ਬਟ q ਦੀ ਵੈਲਿਊ ਸਾਰੇ ਕੇਸਿਸ ਦੇ ਵਿੱਚ ਕੀ ਸੀਗੀ ਸੇਮ ਹੈ। ਇਹ ਸਾਰੇ ਕੇਸਿਸ ਦੇ ਵਿੱਚ q ਦੀ ਵੈਲਿਊ ਕੀ ਹੈ ਸੇਮ ਹੈ। ਇਹਦਾ ਮਤਲਬ ਜੇਕਰ ਲੈਫਟ ਹੈਂਡ ਸਾਈਡ ਤਿੰਨੇ ਕੇਸਿਸ ਦੀ ਸੇਮ ਹੈ ਤਾਂ ਰਾਈਟ ਹੈਂਡ ਸਾਈਡ ਵੀ ਤਾਂ ਤਿੰਨੇ ਕੇਸਿਸ ਦੀ ਕੀ ਹੋਣੀ ਚਾਹੀਦੀ ਹੈ ਸੇਮ ਹੋਣੀ ਚਾਹੀਦੀ। ਕਹਿੰਦਾ ਮਤਲਬ 6 ਕਿਲੋਮੀਟਰ ਬਰਾਬਰ 6000 ਮੀਟਰ ਬਰਾਬਰ 6 ਲੱਖ ਸੈਂਟੀਮੀਟਰ। ਠੀਕ ਹੈ ਜੀ। ਹੁਣ ਮੈਂ ਇਸ ਚੀਜ਼ ਨੂੰ ਐ ਲਿਖ ਸਕਦਾ, ਦੇਖੋ ਆ n ਹੈ, ਮੈਂ ਇਹਨੂੰ ਲਿਖਦਾ n1u1, ਇਹਨੂੰ ਮੈਂ ਲਿਖਦਾ n2u2, ਇਹਨੂੰ ਆ ਲਿਖ ਦਈਏ n3u3 ਤੇ ਸਾਰੀਆਂ ਕਹਿੰਦੇ ਬਰਾਬਰ q ਦੇ ਬਰਾਬਰ। ਇਹਦਾ ਮਤਲਬ ਅਸੀਂ ਇੱਕ ਚੀਜ਼ ਦਾ ਕਨਕਲੂਜਨ ਕੱਢ ਲਿਆ, ਇੱਥੋਂ ਅਸੀਂ ਸਿੱਖ ਲਿਆ ਵੀ ਜੇਕਰ ਕੋਈ ਟਰਮ q = n/u ਹੋਵੇ ਤੇ q ਸਾਡੇ ਕੋਲ ਕੀ ਹੋਵੇ ਕਨਸਟੈਂਟ ਹੋਵੇ ਤਾਂ ਇਸ ਚੀਜ਼ ਨੂੰ ਜਿੰਨਾ ਮਰਜ਼ੀ ਵਧਾ ਕੇ ਲਿਖਿਆ ਜਾ ਸਕਦਾ, ਜਿਵੇਂ n1u1 = n2u2। 2 ਟਰਮ 'ਚ ਲਿਖਿਆ ਜਾ ਸਕਦਾ, 3 'ਚ ਵੀ ਲਿਖਿਆ ਜਾ ਸਕਦਾ, 5 'ਚ ਵੀ ਲਿਖਿਆ ਜਾ ਸਕਦਾ। ਦੋਵਾਂ ਦੀ ਪ੍ਰੋਡਕਟ ਹੈ ਜਿਹੜੀ ਉਹ ਆਪਣੇ ਕੋਲ ਕੀ ਹੋਣੀ ਚਾਹੀਦੀ ਹੈ, ਪ੍ਰੋਡਕਟ ਦੀ ਵੈਲਿਊ ਕੀ ਹੋਣੀ ਚਾਹੀਦੀ ਹੈ ਸੇਮ ਹੋਣੀ ਚਾਹੀਦੀ ਹੈ। ਇਹ ਸਾਡੇ ਕੋਲ ਕਨਸੈਪਟ ਹੈ। ਠੀਕ ਹੈ ਜੀ। ਜਿਹੜਾ ਅਸੀਂ ਇੱਥੋਂ ਸਿੱਖਿਆ, ਜਿਹੜੀ ਸੈਕਿੰਡ ਚੀਜ਼ ਜਿਹੜੀ ਅਸੀਂ ਸਿੱਖੀ ਹੈ ਉਹ ਅਸੀਂ ਕੀ ਸਿੱਖੀ ਹੈ, ਦੇਖੋ ਵੀ ਜੇਕਰ q ਕਨਸਟੈਂਟ ਹੈ, ਠੀਕ ਹੈ ਜੀ, ਤਾਂ n/u ਦੇ ਬਰਾਬਰ ਕਹਿਣ ਦਾ ਮਤਲਬ ਦੋਵਾਂ ਦੀ ਗੁਣ ਹੈ ਜਿਹੜੀ ਉਹ ਆਪਣੇ ਕੋਲ ਇਹਦੇ ਬਰਾਬਰ ਹੋਣੀ ਚਾਹੀਦੀ ਹੈ। ਇਹਨੂੰ ਆਪਾਂ ਐਂ ਵੀ ਤਾਂ ਲਿਖ ਸਕਦੇ ਹਾਂ q/n = u। q ਤਾਂ ਕਨਸਟੈਂਟ ਹੈ, q ਆਪਣੇ ਕੋਲ ਕੀ ਕਨਸਟੈਂਟ, ਇਹਦਾ ਮਤਲਬ ਬਣ ਗਿਆ ਕਨਸਟੈਂਟ ਬਟਾ n = u। ਕਹਿੰਦਾ ਮਤਲਬ ਅਸੀਂ ਇਹ ਵੀ ਲਿਖ ਸਕਦੇ ਹਾਂ u is inversely proportional to n, ਉਲਟੇ ਅਨੁਪਾਤ ਦੇ ਵਿੱਚ। ਕਹਿੰਦਾ ਮਤਲਬ ਜੇਕਰ ਯੂਨਿਟ ਵੱਡਾ ਹੋਊਗਾ ਤਾਂ n ਦੀ ਵੈਲਿਊ ਛੋਟੀ ਹੋਊਗੀ। ਦੇਖੋ ਇਸ ਕੇਸ 'ਚ ਕਿਲੋਮੀਟਰ ਯੂਨਿਟ ਵੱਡਾ ਹੈ ਤਾਂ n ਦੀ ਵੈਲਿਊ ਕੀ 6 ਹੈ, ਜੇਕਰ ਯੂਨਿਟ ਛੋਟਾ ਹੋਇਆ ਤਾਂ n ਦੀ ਵੈਲਿਊ ਕੀ ਹੋਗੀ ਲਾਰਜ ਹੋਗੀ। ਕਹਿੰਦਾ ਮਤਲਬ ਜੇਕਰ n ਦੀ ਵੈਲਿਊ ਵੱਧਦੀ ਹੈ ਤਾਂ u ਛੋਟਾ ਹੋ ਜਾਏਗਾ, ਜਾਂ ਆਪਾਂ ਕਹੀਏ u ਦੀ ਵੈਲਿਊ ਵੱਧਦੀ ਹੈ ਤਾਂ n ਛੋਟਾ ਹੋ ਜਾਏਗਾ, ਬਿਕੋਜ਼ ਇਟ ਇਜ਼ ਇਨਵਰਸਲੀ ਪ੍ਰੋਪੋਰਸ਼ਨਲ। ਠੀਕ ਹੈ ਜੀ। ਪਹਿਲਾਂ ਆਪਾਂ ਕਹਿੰਦੇ ਹੁੰਦੇ ਸੀ ਉਲਟੇ ਅਨੁਪਾਤ ਦੇ ਵਿੱਚ, ਹੁਣ ਅਸੀਂ ਕੀ ਕਿਹਾ ਕਰਾਂਗੇ ਇਨਵਰਸਲੀ ਪ੍ਰੋਪੋਰਸ਼ਨਲ। that means if one of the quantity is increasing other will decrease, ਠੀਕ ਹੈ ਜੀ। ਇਹ ਚੀਜ਼ ਆਪਾਂ ਯਾਦ ਰੱਖਣੀ ਹੈ। ਸੋ ਆਪਾਂ ਐਂਡ ਤੇ ਇਸ ਗੱਲ ਨੂੰ ਰਿਵਾਈਜ਼ ਕਰੀਏ ਵੀ what is a measurement। ਮੈਜਰਮੈਂਟ ਸਾਡੇ ਕੋਲੇ ਕੀ ਚੀਜ਼ ਹੈ, ਮੈਜਰਮੈਂਟ ਕੀ ਹੈ, process of repeating a given unit। ਇੱਕ ਯੂਨਿਟ ਨੂੰ ਕੀ ਕਰੀ ਜਾਣਾ, ਰਿਪੀਟ ਕਰੀ ਜਾਣਾ, ਕਦੋਂ ਤੱਕ, ਟੂ ਗੈਟ ਦੀ ਰਿਕਵਾਇਰਡ ਫਿਜ਼ੀਕਲ ਕੁਆਂਟੀਟੀ, ਜਿੰਨਾ ਚਿਰ ਜਿਹੜੀ ਸਾਡੇ ਕੋਲ ਵੈਲਿਊ ਰਿਕਵਾਇਰਡ ਆ ਉਹ ਆ ਨਹੀਂ ਜਾਂਦੀ। ਕਲੀਅਰ ਹੋਇਆ ਕਿ ਨਹੀਂ ਹੋਇਆ? ਇਹਦਾ ਮਤਲਬ ਇੱਥੋਂ ਅਸੀਂ ਸਿੱਖਿਆ q = n/u। ਠੀਕ ਹੈ ਜੀ। ਸੋ ਅੱਜ ਆਪਾਂ ਇੰਨਾ ਹੀ ਪੜਾਂਗੇ। ਸੋ ਦੇਖੋ ਬੇਟੇ, ਅੱਜ ਦੇ ਆਰਟੀਕਲ ਦੇ ਵਿੱਚ ਆਪਾਂ ਕੀ ਸਿੱਖਿਆ, ਨੀਡ ਫॉर ਮੈਜਰਮੈਂਟ। ਸਾਨੂੰ ਫਿਜ਼ਿਕਸ ਦੇ ਵਿੱਚ ਮਾਪ ਤੋਲ ਦੀ ਲੋੜ ਕਿਉਂ ਹੈ। ਠੀਕ ਹੈ ਜੀ। ਕਿਉਂਕਿ ਫਿਜ਼ਿਕਸ ਆਪਣੇ ਕੋਲ ਕੀ ਹੈ, ਐਗਜ਼ੈਕਟ ਸਾਇੰਸ ਹੈ। ਹਰੇਕ ਸਟੈਪ ਦੇ ਵਿੱਚ ਸਾਨੂੰ ਕੀ ਚਾਹੀਦੀ ਹੈਗੀ ਹੈ, ਬੇਟੇ ਇੱਥੇ ਜਿਹੜੀ ਵੈਲਿਊ ਆਪਣੇ ਕੋਲੇ ਕੋਈ ਨਾ ਕੋਈ ਨਿਊਮੈਰੀਕਲ, ਕੋਈ ਕੈਲਕੂਲੇਸ਼ਨਸ ਚਾਹੀਦੀਆਂ। ਤਾਂ ਕਰਕੇ ਸਾਡੇ ਕੋਲ ਕੀ, ਜਿਵੇਂ ਟੈਂਪਰੇਚਰ ਮੈਜਰ ਕਰਨਾ ਕਿਸੇ ਬੋਡੀ ਦਾ ਪ੍ਰੈਸ਼ਰ ਮੈਜਰ ਕਰਨਾ, ਕੋਈ ਲੰਬਾਈ ਮਾਪਣੀ, ਹਰੇਕ ਸਟੈਪ ਦੇ ਵਿੱਚ ਸਾਨੂੰ ਮੈਜਰਮੈਂਟ ਚਾਹੀਦੀ ਹੈ। ਠੀਕ ਹੈ ਜੀ। ਯੂਨਿਟ ਫॉर ਦੀ ਮੈਜਰਮੈਂਟ, ਉਸ ਤੋਂ ਬਾਅਦ ਅਸੀਂ ਡਿਸਕਸ ਕੀਤਾ ਸੀ ਯੂਨਿਟ ਕੀ ਹੈ, ਇਟ ਇਜ਼ ਦੀ ਚੂਜ਼ਨ ਸਟੈਂਡਰਡ ਹੈਵਿੰਗ ਸੇਮ ਨੇਚਰ ਐਜ਼ ਦੈਟ ਆਫ ਦੀ ਫਿਜ਼ੀਕਲ ਕੁਆਂਟੀਟੀ। ਫਿਰ ਉਹਦੇ ਕਰੈਕਟਰਿਸਟਿਕਸ ਡਿਸਕਸ ਕੀਤੇ ਸੀਗੇ ਵੀ ਈਜ਼ੀਲੀ ਅਸੈਸਿਬਲ ਹੋਣਾ ਚਾਹੀਦਾ, ਰੀਪਰੋਡਿਊਸ ਆਸਾਨੀ ਨਾਲ ਹੈ ਜਿਹੜਾ ਆਪਣੇ ਕੋਲ ਕੀਤਾ ਜਾ ਸਕੇ, ਟੈਂਪਰੇਚਰ ਪ੍ਰੈਸ਼ਰ ਵੋਲਿਊਮ ਨਾਲ ਹੈ ਜਿਹੜਾ ਉਹ ਚੇਂਜ ਆਪਣੇ ਕੋਲ ਨਾ ਹੋਵੇ। ਠੀਕ ਹੈ ਜੀ। ਈਜ਼ੀਲੀ ਐਕਸੈਸਿਬਲ ਹੋਵੇ, ਇਸ ਤਰ੍ਹਾਂ ਦੀਆਂ ਪ੍ਰੋਪਰਟੀਜ਼ ਆਪਾਂ ਯੂਜ਼ ਕੀਤੀਆਂ। ਜਿਹੜਾ ਸ਼ੋ ਕਰੂਗਾ ਉਹ ਆਪਣੇ ਕੋਲ ਯੂਨਿਟ ਹੋਊਗਾ। ਫਿਰ ਪ੍ਰੋਸੈਸ ਆਫ ਮੈਜਰਮੈਂਟ ਦੇ ਵਿੱਚ ਆਪਾਂ ਕਿਹਾ ਵੀ ਇਹ ਕਿਸ ਤਰ੍ਹਾਂ ਨਾਲ ਹੁੰਦੀ ਹੈ, ਜਦੋਂ ਇੱਕ ਯੂਨਿਟ ਨੂੰ ਵਾਰੀ-ਵਾਰੀ ਜਿਹੜਾ ਚੂਜ਼ ਕਰਕੇ ਉਹਨੂੰ ਵਾਰੀ-ਵਾਰੀ ਕੀ ਕੀਤਾ ਜਾਂਦਾ, ਰਿਪੀਟ ਕੀਤਾ ਜਾਂਦਾ। ਇਹਦਾ ਮੈਜਰਮੈਂਟ ਦੇ ਵਿੱਚ 2 ਸਟੈਪ ਹੈ। ਫਸਟ ਹੈ ਚੂਜ਼ਿੰਗ ਦੀ ਯੂਨਿਟ, ਸੈਕੰਡ ਕੀ ਹੈ ਰਿਪੀਟਿੰਗ ਦੈਟ ਯੂਨਿਟ ਟੂ ਗੈਟ ਦੀ ਰਿਕੁਆਇਰਡ ਰਿਜ਼ਲਟ। ਠੀਕ ਹੈ ਜੀ। ਉਮੀਦ ਕਰਦੇ ਹਾਂ ਕਿ ਤੁਹਾਨੂੰ ਅੱਜ ਦਾ ਆਰਟੀਕਲ ਹੈ ਜਿਹੜਾ ਕਲੀਅਰ ਹੋ ਗਿਆ ਹੋਊਗਾ। ਪਲੀਜ਼ ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ
ਇਹਦਾ ਕਾਰਨ ਕੀ ਹੈ? ਕਿਉਂਕਿ ਤੁਹਾਡੇ ਵਾਸਤੇ ਬਣਾਈਆਂ ਜਾ ਰਹੀਆਂ ਵੀਡੀਓਜ਼ ਹੈ। ਜੇ ਤੁਸੀਂ ਇਹਨੂੰ ਲਾਈਕ ਸ਼ੇਅਰ ਕਰੋਗੇ ਜਾਂ ਸਬਸਕ੍ਰਾਈਬ ਕਰੋਗੇ ਤਾਂ ਵੱਧ ਤੋਂ ਵੱਧ ਬੱਚਿਆਂ ਨੂੰ ਉਹਦਾ ਫਾਇਦਾ ਹੋਊਗਾ। ਦੂਸਰੀ ਗੱਲ ਹੈ, ਸਬਸਕ੍ਰਾਈਬ ਕਰਨ ਤੋਂ ਬਾਅਦ ਜਿਹੜਾ ਬੈਲ ਆਈਕਨ ਨੂੰ ਜੇ ਤੁਸੀਂ ਦਬਾਓਗੇ ਤਾਂ ਜਦੋਂ ਵੀ ਵੀਡੀਓ ਬਣਾਈ ਜਾਊਗੀ ਉਹ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਜੂਗੀ। ਧੰਨਵਾਦ।